ਇੱਕ ਧਾਰਮਿਕ ਵਿਅਕਤੀ ਕਹਿ ਰਿਹਾ ਸੀ ਵੀ ਬਾਬਾ ਨਾਨਕ ਜੀ ਕਹਿੰਦੇ ਹਨ ਕਿ ਤੂੰ ਦੂਸਰਿਆਂ ਨੂੰ ਨਾਰਾਜ਼ ਨਾ ਕਰੀਂ, ਤੂੰ ਦੂਸਰਿਆਂ ਨੂੰ ਖੁਸ਼ ਕਰ, ਤੇਰੀ ਖੁਸ਼ੀ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਇਹ ਗੱਲ ਸਾਧਾਰਣਤଃ ਬਹੁਤਿਆਂ ਨੂੰ ਠੀਕ ਲੱਗੇਗੀ, ਪਰ ਬਾਬਾ ਨਾਨਕ ਜੀ ਐਸੀ ਗੱਲ ਕਹਿੰਦੇ ਨਹੀਂ ਹਨ ਵੀ ਤੂੰ ਦੂਸਰਿਆਂ ਨੂੰ ਖੁਸ਼ ਕਰ, ਤੇਰੀ ਖੁਸ਼ੀ ਦੀ ਜ਼ਿੰਮੇਵਾਰੀ ਅਸੀਂ ਲੈਂਦੇ। ਫਿਰ ਨਾ ਹੀ ਬਾਬਾ ਨਾਨਕ ਜੀ ਵਰਗੇ ਸਤਿਪੁਰਸ਼ ਦੂਸਰਿਆਂ ਨੂੰ ਖੁਸ਼ ਕਰਨ ਵਾਸਤੇ ਕੁਛ ਕਹਿੰਦੇ ਹਨ, ਨਾ ਹੀ ਦੂਸਰਿਆਂ ਨੂੰ ਖੁਸ਼ ਕਰਨ ਵਾਸਤੇ ਕੁਛ ਕਰਦੇ ਹਨ। ਹੁਣ ਸਤਿਪੁਰਖਾਂ ਦੇ ਉਪਦੇਸ਼ ਜਿਹੜੇ ਹਨ ਉਹ ਦੁਨੀਆ ਨੂੰ ਖੁਸ਼ ਕਰਨ ਵਾਸਤੇ ਥੋੜ੍ਹੀ ਕਹੇ ਹਨ। ਹਾਂ, ਉਹਨਾਂ ਨੂੰ ਵਿਚਾਰਦੇ ਨਹੀਂ, ਸਮਝਦੇ ਨਹੀਂ, ਇਸ ਕਾਰਨ ਉਹ ਵਰਤਦੇ ਹਨ ਖੁਸ਼ੀ ਵਾਸਤੇ, ਪਰ ਉਹਨਾਂ ਨੂੰ ਸਮਝਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਵੀ ਉਹਨਾਂ ਨੇ ਖੁਸ਼ ਕਰਨ ਵਾਸਤੇ ਥੋੜ੍ਹੀ ਕਹੇ ਹਨ। ਹੁਣ ਤੁਸੀਂ ਇਉਂ ਸਮਝੋ, ਰੋਜ਼ ਹੀ ਸਿੱਖ ਪੜ੍ਹਦੇ ਹਨ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ। ਹੁਣ ਪੜ੍ਹ ਕੇ ਤੇ ਰੋਜ਼ ਚਲੇ ਜਾਂਦੇ ਹਨ, ਪਰ ਸਮਝਦੇ ਨਹੀਂ ਨਾ। ਅਗਰ ਜਿਨ੍ਹਾਂ ਨੇ ਇਹ ਉਪਦੇਸ਼ ਦਿੱਤਾ ਹੈ ਉਹ ਸਾਹਮਣੇ ਆਣ ਕੇ ਇਹਨਾਂ ਨੂੰ ਇਹੋ ਹੀ ਗੱਲ ਕਹਿਣ ਵੀ ਭਾਈ ਸੱਜਣਾ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ, ਇਹ ਜਿਹੜਾ ਤੂੰ ਪਰਿਵਾਰ ਦੇਖ ਰਿਹਾ ਹੈ ਨਾ ਆਪਣਾ, ਆਪਣੇ, ਇਹ ਨਾਲ ਨਹੀਂ ਜਾਣਗੇ, ਤਿਸ ਨਾਲ ਕਿਉਂ ਚਿੱਤ ਲਾਈਏ, ਇਹਨਾਂ ਦੇ ਨਾਲ ਚਿੱਤ ਨਾ ਲਾ, ਕਿਉਂਕਿ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ, ਵੀ ਇਹੋ ਜਿਹਾ ਕੰਮ ਭੁੱਲ ਕੇ ਨਾ ਕਰੇ ਵੀ ਅੰਤ ਵਿੱਚ ਪਛਤਾਉਣਾ ਪਵੇ। ਵੀ ਉਹ ਮੂਰਖ ਹੀ ਹੈ, ਬੇਸਮਝੀ ਹੋਵੇਗਾ ਨਾ ਜਿਹੜਾ ਪਛਤਾਉਣ ਵਾਲਾ ਕੰਮ ਕਰੇਗਾ, ਤੇ ਤੈਨੂੰ ਪਛਤਾਉਣਾ ਪਵੇਗਾ। ਤੇ ਭੁੱਲ ਕੇ ਇਹ ਕੰਮ ਨਾ ਕਰ, ਇਹ ਚਿੱਤ ਨਾ ਲਾ ਕੁਟੰਬ ਨਾਲ, ਮਿੱਤਰਾਂ ਨਾਲ, ਸੱਜਣਾ ਨਾਲ, ਆਪਣਿਆਂ ਨਾਲ, ਬੇਗਾਨਿਆਂ ਨਾਲ ਚਿੱਤ ਨਾ ਲਾ, ਨਹੀਂ ਤੈਨੂੰ ਪਛਤਾਉਣਾ ਪਵੇਗਾ। ਚਿੱਤ ਕਰਤਾਰ ਨਾ ਲਾ, ਸੰਸਾਰ ਨਾਲ ਨਹੀਂ। ਤੇ ਹੁਣ ਜਿਹੜੀਆਂ ਐਸੀਆਂ ਗੱਲਾਂ ਕੋਈ ਕਰੇਗਾ ਸਾਹਮਣੇ ਬੈਠ ਕੇ, ਉਹਦੀਆਂ ਗੱਲਾਂ ਸੁਣ ਕੇ ਖੁਸ਼ੀ ਹੋਵੇਗੀ ਕਿ ਨਾਰਾਜ਼ਗੀ ਹੋਵੇਗੀ, ਤੁਸੀਂ ਆਪ ਸੋਚੋ, ਖਿਆਲ ਕਰੋ। ਤੁਹਾਨੂੰ ਕਿਹਾ ਜਾਵੇ ਵੀ ਹਾਂ ਪਰਿਵਾਰ ਮਿੱਤਰਾਂ ਸੱਜਣਾ ਨਾਲ ਚਿੱਤ ਨਾ ਲਾਓ, ਛੱਡੋ ਪਰਾਂ ਇਹਨਾਂ ਨੂੰ, ਫਿਰ ਇਹਨਾਂ ਨਾਲ ਲਾਓ ਕੇ ਤੇ ਆਹ ਜੋ ਮੁਰਦਾ ਪ੍ਰੋਪਰਟੀ ਹੈ ਇਹਨਾਂ ਨਾਲ ਨਾ ਲਾਓ, ਕਿਉਂਕਿ ਇਹ ਵੀ ਜੁੜ ਜਾਣੀ ਹੈ ਤੇ ਤੁਸੀਂ ਖੁਸ਼ ਹੋਵੋਗੇ। कर की नार बहुत हित जास्यों सदा रहत संग लागी, जब ही हंस तजी ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਵੀ ਆਹ ਜਿਹੜੀ ਘਰ ਵਾਲੀ ਆ ਨਾ, ਇਹਦੇ ਨਾਲ ਚਿੱਤ ਨਾ ਲਾ, ਵੀ ਜਦੋਂ ਤੂੰ ਮਰੇਂਗਾ ਨਾ ਤੇ ਇਹਨੇ ਤੇਰੇ ਤੋਂ ਦੂਰ ਨੱਠਣਾ ਹੈ।
ਸਰੀਰ ਤੋਂ ਵੇਖੋ, ਮਰਦੇ ਤੋਂ ਆਦਮੀ ਇੱਕਦਮ ਦੂਰ ਜਾਂਦਾ, ਡਰ ਲੱਗਣ ਲੱਗ ਜਾਂਦਾ। ਦੇਖੋ ਉਹੋ ਹੀ ਸਰੀਰ ਹੈ, ਉਹ ਤੋਂ ਲੋਕ ਡਰਦੇ ਆ। ਪ੍ਰੇਤ ਪ੍ਰੇਤ ਕਰ ਭਾਗੀ, ਇਹਦੇ ਨਾਲ ਚਿੱਤ ਨਾ ਲਾ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾਰ। ਵੀ ਹਾਂ, ਤੇਰੀ ਘਰ ਵਾਲੀ ਵੀ ਕੂੜ ਹੈ, ਤੂੰ ਵੀ ਕੂੜ ਹੀ, ਕੂੜ ਹੀ ਤੁਹਾਡਾ ਨੇਹੋਂ ਲੱਗਾ ਪਿਆਰ ਝੂਠਾ। ਵੀ ਝੂਠੀ ਪ੍ਰੀਤ ਛੱਡ। ਬਾਬਾ ਨਾਨਕ ਜੀ ਆਣ ਕੇ ਕਹਿਣ ਸਾਹਮਣੇ ਬੈਠ ਕੇ ਤੁਹਾਡੇ, ਜਗਤ ਮੈਂ ਝੂਠੀ ਦੇਖੀ ਆ, ਪ੍ਰੀਤ ਝੂਠੀ ਆ, ਇਹ ਜੀਂਦੇ ਜੀ ਨਹੀਂ ਨਿਭ ਰਹੀ। ਤਾਂ ਤੁਹਾਡਾ ਕੀ ਖਿਆਲ ਹੈ, ਬਾਅਦ 'ਚ ਨਿਭੂਗੀ ਮਰਨ ਤੋਂ। ਤੁਸੀਂ ਖੁਸ਼ ਹੋਵੋਗੇ ਕਿ ਨਾਰਾਜ਼ ਹੋਵੋਗੇ, ਤਾਂ ਐਸੇ ਹੀ ਉਪਦੇਸ਼ ਹਨ ਜ਼ਿਆਦਾ। ਸਤਿਪੁਰਖ ਜਦੋਂ ਵੀ ਬੋਲਦੇ ਹਨ, ਖਿਆਲ ਵਿੱਚ ਰੱਖੋ, ਉਦੋਂ ਹੀ ਲੋਕ ਜ਼ਿਆਦਾ ਨਾਰਾਜ਼ ਹੁੰਦੇ ਹਨ। ਹੁਣ ਆਮ ਸਧਾਰਨਤਾ ਹੈ, ਧਾਰਮਿਕ ਲੋਕ ਕਹਿੰਦੇ ਵੀ ਸੁਣੀਦੇ ਹਨ, ਸੋਚਦੇ ਵੀ ਹਨ ਵੀ ਪ੍ਰਭੂ ਦੇ ਪਿਆਰੇ ਬੜਾ ਮਿੱਠਾ ਬੋਲਦੇ, ਕਿਸੇ ਦਾ ਦਿਲ ਨਹੀਂ ਦਿਖਾਉਂਦੇ। ਪ੍ਰਮਾਣ ਵੀ ਦਿੰਦੇ ਹਨ, ਜੇ ਪ੍ਰਿਆ ਕੀ ਸ਼ਿਕ ਤਾਂ ਹਿਆਉ ਨ ਠਾਹੇ ਕਹੀਦਾ, ਕਿਸੇ ਦਾ ਦਿਲ ਨਹੀਂ ਦਿਖਾਈਦਾ। ਵੀ ਜਿਹੜਾ ਦਿਲ ਦਿਖਾਉਂਦਾ ਹੈ, ਦਿਲ ਹੁਣ ਕਿਹਦਾ ਦੁਖੇਗਾ, ਜਿਹਨੂੰ ਗੱਲ ਲੱਗ ਜਾਵੇਗੀ, ਗੱਲ ਦੁਬਾਰਾ ਚੋਟ ਪਹੁੰਚੇਗੀ, ਉਹਦਾ ਦਿਲ ਤਾਂ ਦੁਖੇਗਾ ਹੀ ਨਾ। ਉਹ ਕਹੇਗਾ ਵੀ ਪ੍ਰਭੂ ਦਾ ਪਿਆਰਾ ਨਹੀਂ। ਠੀਕ ਹੀ ਕਹਿ ਰਹੇ ਹਨ, ਮੇਰਾ ਦਿਲ ਦਿਖਾਤਾ, ਗੱਲ ਇਹੋ ਜਿਹੀ ਕਹਿ ਦਿੱਤੀ, ਹੁਣ ਮੈਨੂੰ ਬੇਚੈਨੀ ਹੋ ਰਹੀ ਹੈ, ਚੈਨ ਨਹੀਂ ਮਿਲਦਾ। ਵੀ ਉਹ ਕੌੜਾ ਤਾਂ ਬੋਲਦੇ ਹੀ ਨਹੀਂ, ਮਿੱਠਾ ਬੋਲਦੇ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ, ਭਗਵਾਨ ਅਰਗੇ ਕੌੜਾ ਥੋੜ੍ਹੇ ਬੋਲਦੇ। ਪਰ ਤੁਸੀਂ ਸੋਚੋ, ਖਿਆਲ ਵਿੱਚ ਲਓ ਵੀ ਸਤਿਪੁਰਸ਼ ਜੋ ਵੀ ਬੋਲਦੇ ਹਨ, ਐਸਾ ਨਹੀਂ ਵੀ ਉਹ ਆਪਣੇ ਵੱਲੋਂ ਕੌੜਾ ਬੋਲਦੇ ਹਨ, ਪਰ ਸੁਣਨ ਵਾਲੇ ਨੂੰ ਕੌੜਾ ਲੱਗਦਾ ਹੈ। ਸੱਤ ਜਿਹੜਾ ਹੈ ਨਾ, ਇਹ ਕੌੜਾ ਲੱਗਦਾ ਹੈ, ਕਿਉਂਕਿ ਝੂਠ ਮਿੱਠਾ ਲੱਗ ਰਿਹਾ ਹੈ ਨਾ। ਇਸ ਕਰਕੇ ਸੱਤ ਉਪਦੇਸ਼ ਹਮੇਸ਼ਾ ਹੀ ਕੌੜੇ ਲੱਗਦੇ ਹਨ, ਉਹਨਾਂ 'ਤੇ ਚੋਟ ਪਹੁੰਚਦੀ ਹੈ, ਲੱਗਦੀ ਹੈ ਹਰ ਇੱਕ ਨੂੰ ਚੋਟ। ਅਗਰ ਇਸ ਹਿਸਾਬ ਨਾਲ ਦੇਖਿਆ ਜਾਵੇ, ਤੁਸੀਂ ਸੋਚਦੇ ਹੋ ਪਈ ਜਿਹੜਾ ਦੂਸਰਿਆਂ ਨੂੰ ਨਾਰਾਜ਼ ਕਰਦਾ ਹੈ ਉਹ ਨਰਕਾਂ 'ਚ ਜਾਵੇਗਾ, ਅਤੇ ਸਤਿਪੁਰਖਾਂ ਤੋਂ ਜ਼ਿਆਦਾ ਦੁਨੀਆ ਨਾਰਾਜ਼ ਹੁੰਦੀ ਹੈ। ਰਾਜੀ ਤਾਂ ਬਹੁਤ ਘੱਟ ਹੁੰਦਾ ਹੈ, ਲੋਕ ਕੋਈ ਹੁੰਦਾ ਹੈ ਰਾਜੀ। ਰਾਜੀ ਤਾਂ ਉਹੀ ਹੋਵੇਗਾ ਜਿਹੜਾ ਉੱਥੇ ਪਹੁੰਚ ਗਿਆ, ਉਹਨੂੰ ਪਤਾ ਲੱਗੇਗਾ। ਬਾਕੀ ਤਾਂ ਨਾਰਾਜ਼ ਹੀ ਰਹਿਣਗੇ ਨਾ, ਅਤੇ ਨਾਰਾਜ਼ ਕਿੰਨੀ ਦੁਨੀਆ ਹੁੰਦੀ। ਇਸੇ ਕਾਰਨ ਤਾਂ ਉਹਨਾਂ ਨੂੰ ਸੂਲੀਆਂ 'ਤੇ ਚੜ੍ਹਾ ਦਿੰਦੇ, ਪੱਥਰ ਮਾਰਦੇ, ਜ਼ਹਿਰ ਪਿਲਾਉਂਦੇ। ਲੋਕ ਨਾਰਾਜ਼ ਜੀਂਦੇ ਜੀ ਤੇ ਨਾਰਾਜ਼ ਹੀ ਹੁੰਦੇ ਹਨ ਜ਼ਿਆਦਾਤਰ, ਤਾਂ ਉਹ ਤਾਂ ਬਹੁਤ ਵੱਡੇ ਦੋਸ਼ੀ ਹੋ ਜਾਣਗੇ। ਨਹੀਂ, ਉਹ ਦਰਅਸਲ ਕੁਛ ਐਸਾ ਕਰ ਰਹੇ ਹਨ ਜਿਵੇਂ ਵੈਦ ਕਿਸੇ ਰੋਗੀ ਨੂੰ ਠੀਕ ਕਰਨ ਵਾਸਤੇ ਦਵਾਈ ਦਿੰਦਾ ਹੈ, ਅਤੇ ਦਵਾਈ ਤਾਂ ਹਮੇਸ਼ਾ ਕੌੜੀ ਹੁੰਦੀ, ਬੜੀ ਕੌੜੀ ਹੁੰਦੀ। ਆਦਮੀ ਪੀਣਾ ਥੋੜ੍ਹੀ ਚਾਹੁੰਦਾ, ਸਵਾਦ ਕਰਕੇ ਥੋੜ੍ਹੀ ਕੋਈ ਪੀਂਦਾ ਦਵਾਈ। ਅਜੋਕੇ ਸਮੇਂ 'ਚ ਤਾਂ ਚਲੋ ਬਹੁਤ ਤਰ੍ਹਾਂ ਦੀਆਂ ਦਵਾਈਆਂ ਆ ਗਈਆਂ, ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾ ਕੌੜੀਆਂ ਦਵਾਈਆਂ, ਅਤੇ ਸਵਾਦ ਕਰਕੇ ਥੋੜ੍ਹੀ ਪੀਂਦਾ ਹੈ ਕੋਈ, ਸਵਾਦ ਥੋੜ੍ਹੀ ਆਉਂਦਾ ਦਵਾਈ ਵਿੱਚ। ਪਰ ਦਵਾਈ ਪੀਂਦਾ ਹੈ ਰੋਗ ਰਹਿਤ ਹੋਣ ਵਾਸਤੇ। ਇਹਦਾ ਮਤਲਬ ਬੇਸਵਾਦੀ ਵੀ ਚੀਜ਼ ਆਦਮੀ ਖਾਂਦਾ ਹੈ, ਬੇਸਵਾਦੀ। ਹੁਣ ਤੁਸੀਂ ਸਾਰੇ ਭੋਜਨ ਸਵਾਦ ਦੇ ਹੀ ਖਾ ਰਹੇ ਹੋ, ਅਤੇ ਕੋਈ ਤੁਹਾਨੂੰ ਕਹੇ ਵੀ ਜਿਹੜਾ ਬੇਸਵਾਦਾ ਖਵਾਉਂਦਾ ਹੈ ਤੁਹਾਨੂੰ, ਉਹ ਅਪਰਾਧੀ ਹੈ, ਉਹ ਨਰਕਾਂ 'ਚ ਜਾਊਗਾ। ਗੱਲ ਠੀਕ ਵੀ ਆ ਵੀ ਬੇਸਵਾਦਾ ਜਿਹੜਾ ਖਵਾਊਗਾ, ਦੁਖੀ ਕਰੂਗਾ ਸਾਨੂੰ ਬੇਸਵਾਦਾ ਖਾ ਕੇ,
ਤੇ ਨਰਕਾਂ ਤੇ ਜਾਊਗਾ ਹੀ। ਪਰ ਵੈਦ ਬੇਸਵਾਦਾ ਖਵਾ ਰਿਹਾ ਹੈ ਤੁਹਾਨੂੰ, ਕੌੜੀ ਦਵਾਈ। ਪਰ ਤੁਹਾਨੂੰ ਰੋਗ ਰਹਿਤ ਹੋਣ ਵਾਸਤੇ ਖਵਾ ਰਿਹਾ ਹੈ। ਇੱਦਾਂ ਹੀ ਸਤਿਪੁਰਖ ਹਨ। ਸਤਿਪੁਰਖਾਂ ਦੇ ਬਚਨ ਵੀ ਦਵਾਈ ਵਰਗੇ ਹਨ, ਕੌੜੇ। ਤੇ ਜ਼ਿਆਦਾਤਰ ਲੋਕ ਨਾਰਾਜ਼ ਹੋ ਜਾਂਦੇ ਹਨ, ਕਿਉਂਕਿ ਜਦੋਂ ਉਹਨਾਂ ਨੂੰ ਚੱਖਦੇ ਹਨ ਬਚਨਾਂ ਨੂੰ, ਉਦੋਂ ਉਹਨਾਂ ਨੂੰ ਕੌੜੇ ਕੌੜੇ ਲੱਗਦੇ, ਤਿੱਖਤ ਲੱਗਦੇ, ਤੇ ਉਹਨਾਂ ਬੜੀ ਨਾਰਾਜ਼ਗੀ ਹੁੰਦੀ ਵੀ ਸਾਨੂੰ ਕਹਿ ਤਾ ਚਿੱਕੜ 'ਚ ਫਸੇ ਹੋਏ, ਸਾਨੂੰ ਕਹਿ ਤਾ ਉਲਝੇ ਹੋਏ, ਸਾਨੂੰ ਕਹਿ ਤਾ ਫਿਰ ਕੁਟੁੰਬ ਪਰਿਵਾਰ ਨਾਲੋਂ ਚਿੱਤ ਹਟਾਓ, ਨਹੀਂ ਤੇ ਭਟਕੋਗੇ। ਤਾਂ ਬਹੁਤ ਗੱਲਾਂ ਤੋਂ ਨਾਰਾਜ਼ਗੀ ਹੁੰਦੀ। ਜੋ ਧਾਰਮਿਕ ਬੰਧਨ ਹਨ ਉਹਨਾਂ ਤੋਂ ਵੀ ਨਾਰਾਜ਼ਗੀ ਹੁੰਦੀ ਵੀ ਆਹ ਕਰਮ ਧਰਮ ਕਰ ਰਹੇ ਹੋ, ਆਹ ਪਾਠ ਪੂਜਾ। ਹੁਣ ਉਹ ਪਾਠ ਰੋਜ਼ ਹੀ ਪੜ੍ਹਦੇ ਹਨ, ਪਰ ਆਹ ਗੱਲ ਥੋੜ੍ਹੀ ਚਿੱਤ ਵਿੱਚ ਆਉਂਦੀ। ਨਾਰਾਜ਼ ਇਸੇ ਕਰਕੇ ਨਹੀਂ ਨਾ ਹੁੰਦੇ, ਕੋਈ ਸੋਚਦੇ ਨਹੀਂ, ਸਮਝਦੇ ਨਹੀਂ। ਫਿਰ ਉਹ ਪੁਰਾਣੇ ਹੋ ਚੁੱਕੇ ਸਤਿਗੁਰੂ, ਇਸ ਕਰਕੇ ਸੰਬੰਧ ਵੀ ਨਹੀਂ ਬਣਦਾ। ਜੇ ਕੋਈ ਸਾਹਮਣੇ ਕਵੇਗਾ ਉਹਦੇ ਨਾਲ ਸਾਹਮਣੇ ਸੰਬੰਧ ਬਣਦਾ ਹੈ ਵੀ ਉਹਨਾਂ ਨੇ ਕਿਹਾ ਹੋਊਗਾ ਸੰਸਾਰ ਝੂਠ ਹੈ, ਜਗ ਰਚਨਾ ਸਭ ਝੂਠ, ਉਹ ਸਮਰੱਥ ਸਨ। ਹੁਣ ਕੋਈ ਸਾਹਮਣੇ ਕਵੇ ਤੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਆਮ ਲੋਕਾਂ ਨੂੰ ਵੀ ਇਹ ਕਿਵੇਂ ਹੋ ਸਕਦਾ। ਤਾਂ ਨਾਰਾਜ਼ ਹੁੰਦੇ ਹਨ ਵੀ ਸਾਨੂੰ ਕਹਿਤਾ ਝੂਠ, ਝੂਠ 'ਚ ਫਸੇ ਹੋਏ। ਤੇ ਸਤਿਪੁਰਖ ਜਿਹੜੇ ਹਨ ਨਾ, ਉਹ ਖੁਸ਼ ਕਰਨ ਵਾਸਤੇ ਥੋੜ੍ਹੀ ਕੁਛ ਕਹਿੰਦੇ ਹਨ। ਉਹ ਮਨੋਰੰਜਨ ਥੋੜ੍ਹੀ ਤੁਹਾਡਾ ਕਰਦੇ ਹਨ। ਜਿਹੜੇ ਮਨੋਰੰਜਨ ਕਰਦੇ ਹਨ ਉਹ ਸੰਸਾਰੀ ਹਨ। ਸਤਿਪੁਰਖ ਮਨੋਭੰਜਨ ਕਰਦੇ ਹਨ। ਉਹ ਮਨ ਨੂੰ ਮਾਰਨ ਵਾਸਤੇ, ਤੋੜਨ ਵਾਸਤੇ ਕੁਝ ਕਹਿੰਦੇ ਹਨ, ਇਸ ਕਰਕੇ ਚੋਟ ਤੇ ਲੱਗੇਗੀ। ਹੁਣ ਤੁਸੀਂ ਦੇਖੋ, ਖਿਆਲ ਕਰੋ, ਖੁਸ਼ ਕਰਨ ਦੀ ਹਰ ਇੱਕ ਕੋਸ਼ਿਸ਼ ਕਰਦਾ ਹੈ ਦੂਸਰਿਆਂ ਨੂੰ। ਜ਼ਿਆਦਾਤਰ ਲੋਕ ਤੁਸੀਂ ਕਰ ਹੀ ਰਹੇ ਹੋ ਨਾ, ਪਰਿਵਾਰ ਦੇ ਮੈਂਬਰਾਂ ਨੂੰ ਖੁਸ਼, ਬੱਚਿਆਂ ਨੂੰ ਖੁਸ਼, ਬਜ਼ੁਰਗਾਂ ਨੂੰ ਖੁਸ਼, ਆਂਢੀਆਂ ਗੁਆਂਢੀਆਂ ਨੂੰ ਖੁਸ਼, ਮਿੱਤਰਾਂ ਨੂੰ ਖੁਸ਼, ਦੋਸਤਾਂ ਨੂੰ ਖੁਸ਼, ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ। ਜਿਹੜੇ ਰਾਜਨੀਤਿਕ ਹਨ ਉਹ ਹੋਰ ਲੋਕਾਂ ਨੂੰ ਖੁਸ਼ ਕਰਦੇ ਹਨ, ਕਿਉਂਕਿ ਵੋਟਾਂ ਲੈਣੀਆਂ ਉਹਨਾਂ ਕੋਲ। ਖੁਸ਼ ਹੋਣਗੇ ਤੇ ਵੋਟਾਂ ਪਾਉਣਗੇ ਨਾ। ਤੇ ਖੁਸ਼ ਕਰਨ ਦੀ ਤਾਂ ਸਾਰੇ ਕੋਸ਼ਿਸ਼ ਕਰ ਰਹੇ ਹਨ। ਹਰ ਵਿਅਕਤੀ ਐਸਾ ਕਰ ਰਿਹਾ ਹੈ, ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼। ਆ ਮਨੋਰੰਜਨ ਕਰਨ ਵਾਲੇ ਕਲਾਕਾਰ ਸਭ ਕੀ ਕਰ ਰਹੇ ਹਨ? ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼। ਕੋਈ ਹਸਾ ਰਿਹਾ ਹੈ, ਕੋਈ ਨਾਟਕ ਦਿਖਾ ਕੇ ਖੁਸ਼ ਕਰ ਰਿਹਾ ਹੈ, ਕੋਈ ਗੀਤ ਗਾ ਕੇ ਖੁਸ਼ ਕਰ ਰਿਹਾ ਹੈ, ਕੋਈ ਨੱਚ ਪੁੜ ਕੇ ਖੁਸ਼ ਕਰ ਰਿਹਾ ਹੈ। ਖੁਸ਼ ਹੀ ਕਰ ਰਹੇ ਹਨ ਨਾ, ਮਨੋਰੰਜਨ ਕਰ ਰਹੇ। ਮਨੋਰੰਜਨ ਦਾ ਭਾਵ ਹੁੰਦਾ ਖੁਸ਼। ਮਨੋਰੰਜਨ ਕੀ ਮਾਇਆ, ਖੁਸ਼ ਕਰਨ ਦੀ ਮਾਇਆ। ਤੇ ਸਾਰੇ ਹੀ ਤੇ ਖੁਸ਼ ਕਰ ਰਹੇ ਹਨ, ਫਿਰ ਵੀ ਕੋਈ ਖੁਸ਼ ਨਹੀਂ ਹੋ ਰਿਹਾ, ਕਿਉਂਕਿ ਇਹ ਖੁਸ਼ੀ ਅਵਾਸਤਵਿਕ ਨਹੀਂ ਹੈ ਨਾ। ਦੇਖੋ, ਸਾਰੇ ਹੀ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਵੀ ਖੁਸ਼ ਨਹੀਂ ਹੋ ਰਿਹਾ ਹੈ ਆਦਮੀ। ਖੁਸ਼ੀ ਟਿਕਦੀ ਨਹੀਂ ਹੈ, ਥਿਰਕ ਥਿਰਕ ਜਾਂਦੀ। ਬਹੁਤ ਕੋਸ਼ਿਸ਼ ਕਰਦੇ ਹਨ ਲੋਕ ਵੀ ਖੁਸ਼ ਹੀ ਰਹਿਣਾ, ਪਰ ਜ਼ਬਰਦਸਤੀ ਟਿਕਾ ਕੇ ਰੱਖੀ ਨਹੀਂ ਜਾ ਸਕਦੀ ਖੁਸ਼ੀ। ਬਾਹਰੋਂ ਦਿਖਾਈ ਜਾ ਸਕਦੀ, ਅੰਦਰੋਂ ਤਾਂ ਨਹੀਂ ਟਿਕਦੀ, ਕਿਉਂਕਿ ਵਾਸਤਵਿਕ ਨਹੀਂ ਹੈ ਨਾ, ਇਹ ਬਾਹਰਲੀ ਹੈ। ਜਿਵੇਂ ਬਾਹਰਲਾ ਪ੍ਰੇਮ ਵਾਸਤਵਿਕ ਨਹੀਂ ਹੈ ਤੇ ਇੱਕਦਮ ਲੱਗਦਾ ਹੈ ਵੀ ਗਿਆ, ਟੁੱਟ ਗਿਆ, ਮਿਟ ਗਿਆ, ਤੇ ਸੰਭਾਲਣਾ ਪੈਂਦਾ ਹੈ ਵਾਰ-ਵਾਰ। ਸੰਸਾਰਿਕ ਪ੍ਰੇਮ ਇੱਦਾਂ ਹੀ ਸੰਸਾਰਿਕ ਸੁੱਖ ਹੈ, ਖੁਸ਼ੀ ਹੈ, ਇਹਨੂੰ ਸੰਭਾਲਣਾ ਪੈਂਦਾ, ਨਹੀਂ ਤੇ ਇੱਕਦਮ ਇਹ ਵੀ ਥਿਰਕਦੀ ਜਾਂਦੀ, ਬਿਖਰਦੀ ਜਾਂਦੀ। ਤੇ ਖੁਸ਼ ਹੋਣ ਦੀ ਕੋਸ਼ਿਸ਼ ਵੀ ਲੋਕ ਕਰਦੇ ਹਨ, ਖੁਸ਼ ਕਰਨ ਦੀ ਵੀ ਕੋਸ਼ਿਸ਼ ਕਰਦੇ। ਤੇ ਖੁਸ਼ ਹੁੰਦਾ ਹੈ ਮਨ, ਤੇ ਖੁਸ਼ ਹੋ ਕੇ ਮਨ ਹੋਰ ਖੁਸ਼ੀ ਚਾਹੁੰਦਾ ਹੈ, ਹੋਰ ਮਨੋਰੰਜਨ ਚਾਹੁੰਦਾ ਹੈ।
ਇਹੋ ਹੀ ਆਦਤਾਂ ਬਣ ਜਾਂਦੀਆਂ ਹਨ। ਜਿਹੜੀ ਕੰਮ ਦੇ ਵਿੱਚ ਜਿਹਨੂੰ ਖੁਸ਼ੀ ਮਿਲ ਜਾਵੇ, ਆ ਸੋਸ਼ਲ ਮੀਡੀਆ ਦੁਆਰਾ ਕਿਸੇ ਨੂੰ ਗੇਮ ਖੇਡ ਕੇ ਖੁਸ਼ੀ ਮਿਲਦੀ ਹੈ, ਕਿਸੇ ਨੂੰ ਫਿਲਮਾਂ ਦੇਖ ਕੇ, ਕਿਸੇ ਨੂੰ ਕੁਛ ਸੁਣ ਕੇ, ਕਿਸੇ ਨੂੰ ਕੁਛ ਹੋਰ ਦੇਖ ਕੇ ਖੁਸ਼ੀ ਮਿਲਦੀ ਹੈ। ਅਤੇ ਜਿੱਧਰ ਕੋਈ ਖੁਸ਼ੀ ਮਿਲਦੀ ਹੈ ਜਿਹਨੂੰ ਜੋ ਕੰਮ ਕਰਕੇ, ਉਹ ਉਹੀ ਕੰਮ ਕਰ ਰਿਹਾ ਹੈ। ਅਤੇ ਮਨ ਦੀ ਖੁਸ਼ੀ ਦੁਆਰਾ ਹੀ ਆਦਮੀ ਸੰਸਾਰ 'ਚ ਉਲਝ ਰਿਹਾ ਹੈ। ਮਨ ਦੇ ਸੁੱਖਾਂ ਦੁਆਰਾ ਹੀ ਸੰਸਾਰ 'ਚ ਉਲਝ ਰਿਹਾ ਹੈ। ਇਸੇ ਕਾਰਨ ਹੀ ਕਿਹਾ ਹੈ ਨਾ, ਦੁੱਖ ਦਾਰੂ ਸੁੱਖ ਰੋਗ ਪਿਆ। ਸੁੱਖ ਰੋਗ, ਰੋਗ ਕਿਉਂ ਕਿਹਾ ਹੈ ਵੀ ਸੁੱਖ ਜਿਹੜਾ ਹੈ ਇਹ ਰੋਗ ਵਧਾਉਂਦਾ ਹੈ, ਖੁਸ਼ੀ ਰੋਗ ਵਧਾਉਂਦੀ। ਮਨ ਫਸੀ ਜਾਂਦਾ, ਜਿੱਥੋਂ ਸੁੱਖ ਮਿਲਦੇ ਹੈ ਦੁਬਾਰਾ ਫਿਰ ਕਹਿੰਦਾ ਫਿਰ ਸੁੱਖ ਮਿਲ, ਫਿਰ ਜਾਂਦਾ ਹੈ। ਇੱਦਾਂ ਸੰਸਾਰ ਵੱਲ ਤੁਰਿਆ ਜਾਂਦਾ। ਅਤੇ ਜਿਹੜੇ ਖੁਸ਼ ਕਰ ਰਹੇ ਹਨ ਤੁਹਾਨੂੰ, ਉਹ ਤੁਹਾਡੇ ਮਿੱਤਰ ਹਨ ਕਿ ਦੁਸ਼ਮਣ ਹਨ? ਝੂਠੀ ਖੁਸ਼ੀ 'ਚ ਉਲਝਾ ਰਹੇ ਹਨ। ਅਤੇ ਸਤਿਪੁਰਖ ਐਸਾ ਨਹੀਂ ਕਹਿੰਦੇ ਹਨ ਦੂਸਰਿਆਂ ਨੂੰ ਖੁਸ਼ ਕਰੋ, ਨਾ ਹੀ ਉਹ ਕਹਿੰਦੇ ਹਨ ਦੂਸਰਿਆਂ ਨੂੰ ਨਾਰਾਜ਼ ਕਰੋ। ਕਹਿੰਦੇ ਹਨ ਦੂਸਰਿਆਂ ਵੱਲੋਂ ਧਿਆਨ ਹਟਾਓ। ਦੂਸਰਾ ਇੱਥੇ ਕੋਈ ਨਹੀਂ ਹੈ, ਸਭਨਾਂ ਦੇ ਵਿੱਚ ਉਹ ਹੀ ਵਰਤ ਰਿਹਾ ਹੈ। ਕਿਸੇ ਨੂੰ ਖੁਸ਼ ਕਰ ਰਿਹਾ ਹੈ, ਕਿਸੇ ਨੂੰ ਨਾਰਾਜ਼ ਕਰ ਰਿਹਾ ਹੈ। ਜਿਹਨੂੰ ਖੁਸ਼ ਕਰਨਾ ਚਾਹੇਗਾ ਖੁਸ਼ ਕਰ ਦੇਵੇਗਾ, ਜਿਹਨੂੰ ਨਾਰਾਜ਼ ਕਰਨਾ ਚਾਹੇਗਾ ਨਾਰਾਜ਼ ਕਰ ਦੇਵੇਗਾ। ਤੁਸੀਂ ਕੌਣ ਹੁੰਦੇ ਖੁਸ਼ ਕਰਨ ਵਾਲੇ, ਨਾਰਾਜ਼ ਕਰਨ? ਤੁਸੀਂ ਉੱਧਰੋਂ ਧਿਆਨ ਹੀ ਹਟਾਓ। ਤੁਸੀਂ ਆਪਣੇ ਵੱਲ ਆਓ, ਆਪਣੀ ਖੁਸ਼ੀ ਲੱਭੋ। ਤੁਹਾਡੀ ਖੁਸ਼ੀ ਤੁਹਾਡੇ ਅੰਦਰ ਹੈ, ਤੁਹਾਡਾ ਸੁੱਖ ਤੁਹਾਡੇ ਅੰਦਰ ਹੈ। ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਉਹ ਬਿਸਰਾਮ ਅਵਸਥਾ ਦੇ ਵਿੱਚ ਹੈ ਉਹ ਖੁਸ਼ੀ, ਉਹ ਸੁੱਖ, ਉਹ ਆਨੰਦ।